ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਦੋਂ ਇਸ ਸੰਸਾਰ ਦੇ ਅੰਦਰ ਕਿਸੇ ਮਹਾਨ ਆਤਮਾ ਦਾ ਆਗਮਨ ਹੁੰਦਾ ਹੈਗਾ, ਉਸ ਦੇ ਆਉਣ ਦਾ ਸੁਨੇਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਜਿਹੜੇ ਬਹੁਤ ਕਰੀਬੀ ਪਿਆਰੇ ਸੱਜਣ ਮਿੱਤਰ ਜਾਂ ਮਾਂ ਬਾਪ ਹੁੰਦੇ ਆ, ਉਹਨਾਂ ਤੱਕ ਪਹੁੰਚ ਜਾਂਦਾ ਹੈਗਾ। ਸੋ ਕਈ ਤਾਂ ਸੁਨੇਹੇ ਉਹ ਸੰਕੇਤਕ ਹੁੰਦੇ ਆ, ਪਰ ਕਈ ਸੁਨੇਹੇ ਜਿਹੜੇ ਹੈ ਉਹ ਇਹਨਾਂ ਭਰਪੂਰ ਆਤਮਿਕ ਵਸਤੂਆਂ ਦੇ ਨਾਲ ਭਰੇ ਹੁੰਦੇ ਆ, ਜਿਹੜੀਆਂ ਦਰਗਾਹੀ ਹੁੰਦੀਆਂ। ਸੋ ਜਿਵੇਂ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਦਾ ਜਦੋਂ ਪਹਿਲਾ ਜਨਮ ਹੋਣਾ ਸੀਗਾ, ਉਸ ਟਾਈਮ ਉਹਨਾਂ ਦੇ ਪਿਤਾ ਜੀ ਦੇ ਕੋਲ ਇੱਕ ਨਾਂਗੇ ਸਾਧੂ ਆਏ ਸੀਗੇ। ਇਹ ਜਿਹੜੇ ਨਾਂਗੇ ਸਾਧੂ ਸੀ, ਇਹਨਾਂ ਦੇ ਪਿਤਾ ਜੀ ਨੂੰ ਇੱਕ ਖੇਤ ਦੇ ਬਾਹਰਲੇ ਪਾਸੇ ਵੱਟ 'ਤੇ ਮਿਲੇ ਸੀਗੇ। ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਮਹਾਂਪੁਰਖਾਂ ਦੇ ਪਿਤਾ ਜੀ ਨੂੰ ਇੱਕ ਅੰਮ੍ਰਿਤ ਦੀ ਸ਼ੀਸ਼ੀ ਦਿੱਤੀ ਸੀ ਅਤੇ ਨਾਲ ਇਹ ਕਿਹਾ ਸੀਗਾ ਕਿ ਤੁਹਾਡੇ ਘਰ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਮਹਾਨ ਆਤਮਾ ਹੈ, ਉਹਦਾ ਜਨਮ ਹੋਵੇਗਾ। ਸੋ ਜਦ ਉਸ ਨੇ ਅੰਮ੍ਰਿਤ ਦੀ ਸ਼ੀਸ਼ੀ ਇਹਨਾਂ ਦੇ ਪਿਤਾ ਨੂੰ ਭੇਟ ਕੀਤੀ ਸੀ, ਪਰ ਨਾਲ ਉਹਨੇ ਕਿਹਾ ਸੀਗਾ ਕਿ ਜਦੋਂ 1 ਸਾਲ ਦੇ ਅੰਦਰ ਅੰਦਰ ਤੁਹਾਡੇ ਘਰ ਦੇ ਵਿੱਚ ਇਹ ਮਹਾਨ ਆਤਮਾ ਜਨਮ ਲਵੇਗੀ ਅਤੇ ਉਸ ਤੋਂ ਬਾਅਦ ਇਹ ਅੰਮ੍ਰਿਤ ਦੀ ਜੋ ਸ਼ੀਸ਼ੀ ਅਸੀਂ ਤੁਹਾਨੂੰ ਭੇਟ ਕਰ ਰਹੇ ਹਾਂ, ਇਸ ਨੂੰ ਵਾਪਸ ਜਿਹੜਾ ਹੈ ਨਾ ਸਾਨੂੰ ਇਸੇ ਸਥਾਨ 'ਤੇ ਦੇ ਦੇਣਾ ਹੈਗਾ। ਇਹ ਕਹਿ ਕੇ ਜਿਹੜੇ ਸੀ ਉਹ ਮਹਾਤਮਾ ਚਲੇ ਗਏ ਸੀ। ਪਰ ਜਦੋਂ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਹੁਣਾਂ ਦਾ ਜਨਮ ਹੋਇਆ ਸੀਗਾ, ਉਸ ਟਾਈਮ ਇਹਨਾਂ ਦੇ ਪਿਤਾ ਜੀ ਨੇ ਉਹ ਸਾਲ ਭਰ ਸਾਂਭੀ ਹੋਈ ਜਿਹੜੀ ਅੰਮ੍ਰਿਤ ਦੀ ਸ਼ੀਸ਼ੀ ਸੀਗੀ, ਉਸੇ ਟਾਈਮ ਲੈ ਕੇ ਜਦ ਖੇਤਾਂ ਨੂੰ ਗਏ ਤਾਂ ਉਹ ਜਿਹੜਾ ਨਾਂਗਾ ਸਾਧੂ ਸਿੱਧ ਪੁਰਸ਼ ਸੀਗਾ, ਜਿਹੜਾ 1 ਸਾਲ ਕਦੀ ਦਿਖਾਈ ਨਹੀਂ ਸੀ ਦਿੱਤਾ, ਠੀਕ ਉਸੇ ਸਮੇਂ ਉੱਥੇ ਬਾਹਰ ਖੜਾ ਮਹਾਂਪੁਰਖਾਂ ਦੇ ਪਿਤਾ ਜੀ ਦਾ ਇੰਤਜ਼ਾਰ ਕਰ ਰਿਹਾ ਸੀਗਾ। ਅਤੇ ਜਦੋਂ ਇਹਨਾਂ ਦੇ ਪਿਤਾ ਜੀ ਨੇ ਉਸ ਮਹਾਤਮਾ ਨੂੰ ਡੰਡੋਤ ਬੰਦਨ ਹੋ ਕੇ ਨਮਸਕਾਰ ਕੀਤੀ ਸੀ, ਅਤੇ ਉਹਨਾਂ ਨੇ ਕਿਹਾ ਸੀਗਾ, ਭਾਈ ਸਾਡੀ ਮਾਨਤ ਸਾਨੂੰ ਵਾਪਸ ਦੇ ਦਿਓ। ਅਤੇ ਇਹਨਾਂ ਦੇ ਪਿਤਾ ਜੀ ਨੇ ਜਿਹੜੀ ਜੇਬ 'ਚ ਪਾਈ ਅੰਮ੍ਰਿਤ ਦੀ ਸ਼ੀਸ਼ੀ ਸੀ, ਉਸ ਮਹਾਤਮਾ ਦੇ ਹੱਥ 'ਚ ਰੱਖ ਦਿੱਤੀ ਸੀ। ਜਦੋਂ ਹੱਥ 'ਚ ਰੱਖੀ ਸੀ ਤਾਂ ਉਹ ਜਿਹੜੇ ਮਹਾਤਮਾ ਸੀਗੇ ਮੁੜ ਕੇ ਫਿਰ ਅਦ੍ਰਿਸ਼ ਹੋ ਗਏ ਸੀ, ਜਿਸ ਤੋਂ ਇਹਨਾਂ ਦੇ ਪਿਤਾ ਜੀ ਦਾ ਪੂਰਨ ਭਰੋਸਾ ਬਣ ਗਿਆ ਸੀਗਾ ਕਿ ਮੇਰੇ ਘਰ ਦੇ ਵਿੱਚ ਮੇਰਾ ਪੁੱਤਰ ਨਹੀਂ ਇਹ ਹੈਗਾ, ਇਹ ਕੋਈ ਬਹੁਤ ਵੱਡੀ ਮਹਾਨ ਆਤਮਾ ਹੈਗੀ ਆ। ਇਸੇ ਕਰਕੇ ਸੰਤ ਮਹਾਂਪੁਰਖਾਂ ਨੂੰ, ਬਾਬਾ ਅਤਰ ਸਿੰਘ ਜੀ ਨੂੰ, ਜਿੰਨੇ ਵੀ ਉਹਨਾਂ ਟਾਈਮਾਂ ਦੇ ਵਿੱਚ ਸੰਤ ਹੋਏ ਸੀ, ਉਹਨਾਂ ਨੇ ਇਸ ਮਹਾਂਪੁਰਖਾਂ ਨੂੰ 20ਵੀਂ ਸਦੀ ਦਾ ਅਵਤਾਰ ਕਰਕੇ ਮੰਨਿਆ ਸੀਗਾ। ਔਰ ਬਾਬੇ ਨਾਨਕ ਦੀ 72ਵੀਂ ਜੋਤ ਜਿਹੜੀ ਉਹ ਸੰਤ ਮਹਾਂਪੁਰਖਾਂ ਨੂੰ ਮੰਨਿਆ ਜਾਂਦਾ ਹੈਗਾ। ਇਸ ਤਰ੍ਹਾਂ ਜਦੋਂ ਮਹਾਨ ਆਤਮਾ ਆਉਂਦੀਆਂ, ਚਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਕਾਰਜ ਵਾਸਤੇ ਜਨਮ ਲੈਂਦੀਆਂ, ਤਾਂ ਇਹੋ ਜਿਹੜੇ ਪੈਗਾਮ ਹੈ, ਸੁਨੇਹੇ ਹੈ ਜਾਂ ਦੁਰਲੱਭ ਵਸਤੂਆਂ ਜਿਹੜੀਆਂ ਉਸ ਸੰਸਾਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਜਾਂ ਸੰਬੰਧੀਆਂ ਨੂੰ ਜਿਹੜੀਆਂ ਉਹ ਪ੍ਰਾਪਤ ਹੋ ਜਾਂਦੀਆਂ ਹੈ। ਇਸ ਤਰ੍ਹਾਂ ਦੀ ਜਿਹੜੀ ਇੱਕ ਘਟਨਾ ਹੈਗੀ ਆ, ਉਹ ਪਰਮਹੰਸ ਯੋਗਾਨੰਦ ਜੀ ਦੇ ਜੀਵਨ ਦੀ ਆ। ਸੋ ਇਹ ਘਟਨਾ ਜਿਹੜੀ ਇਹ ਵੀ ਇਸੇ ਤਰ੍ਹਾਂ ਬੜੀ ਰਹੱਸਮਈ ਹੈਗੀ ਆ। ਇਹ ਉਹਨਾਂ ਸਮਿਆਂ ਦੀ ਗੱਲ ਹੈਗੀ ਆ ਜਦੋਂ ਪਰਮਹੰਸ ਯੋਗਾਨੰਦ ਜੀ ਦੇ ਪਿਤਾ ਸ਼੍ਰੀ ਭਗਵਤੀ ਚਰਨ ਘੋਸ਼ ਅਤੇ ਮਾਤਾ ਗਿਆਨ ਪ੍ਰਭਾ ਘੋਸ਼, ਉਹਨਾਂ ਦੀ ਬਦਲੀ ਜਦੋਂ ਲਾਹੌਰ ਪੰਜਾਬ 'ਚ ਹੋਈ ਸੀਗੀ, ਉਸ ਟਾਈਮ ਇੱਕ ਬੜੀ ਵਿਚਿੱਤਰ ਘਟਨਾ ਇਸੇ ਪਰਿਵਾਰ ਦੇ ਨਾਲ ਹੋਈ ਸੀ। ਇਹਨਾਂ ਦੇ ਮਾਤਾ ਜੀ ਗਿਆਨ ਪ੍ਰਭਾ ਘੋਸ਼ ਦੱਸਦੇ ਸੀਗੇ ਕਿ ਇੱਕ ਦਿਨ ਸਵੇਰੇ ਸਵੇਰੇ ਮੇਰਾ ਜਿਹੜਾ ਨੌਕਰ ਸੀਗਾ ਮੇਰੇ ਪਾਸ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਮਾਤਾ ਜੀ ਕੋਈ ਹੈ ਨਾ ਬਾਹਰ ਮਹਾਤਮਾ ਆਇਆ ਅਤੇ ਆਪ ਜੀ ਦਾ ਨਾਮ ਲੈ ਕੇ ਆਪ ਨੂੰ ਬਾਹਰ ਬੁਲਾ ਰਹੇ ਆ। ਉਸ ਤੋਂ ਬਾਅਦ ਗਿਆਨ ਪ੍ਰਭਾ ਘੋਸ਼ ਜੀ ਕਹਿੰਦੇ ਸੀਗੇ ਕਿ ਜਦੋਂ ਮੈਂ ਬਾਹਰ ਨਿਕਲੀ ਹਾਂ, ਮੈਂ ਕੀ ਦੇਖਿਆ ਕਿ ਜਿਹੜੇ ਇਹ ਮਹਾਤਮਾ ਮੈਨੂੰ ਬੁਲਾ ਰਹੇ ਸੀ, ਉਹਨਾਂ ਦੇ ਚਿਹਰੇ ਦਾ ਬੜਾ ਤੇਜ਼ ਸੀਗਾ ਅਤੇ ਮੈਂ ਇੱਕਦਮ ਸਮਝ ਗਈ ਕਿ ਇਹ ਬਿਲਕੁਲ ਸੱਚੇ ਸੁੱਚੇ ਕੋਈ ਸਿੱਧ ਪੁਰਸ਼ ਸੰਨਿਆਸੀ ਲੱਗਦੇ ਆ। ਕਹਿੰਦੇ ਮੈਂ ਜਾ ਕੇ ਹੈ ਨਾ ਬੜੇ ਨਿਮਰਤਾ ਭਾਵ ਦੇ ਨਾਲ ਉਹਨਾਂ ਨੂੰ ਜਦ ਪ੍ਰਣਾਮ ਕੀਤਾ, ਨਮਸਕਾਰ ਕੀਤੀ, ਫਿਰ ਕਹਿੰਦੇ ਉਹ ਮਹਾਤਮਾ ਮੈਨੂੰ ਬੜੀ ਆਸ਼ੀਰਵਾਦ ਮੁੰਦਰਾਂ ਦੇ ਨਾਲ ਉੱਪਰ ਨੂੰ ਹੱਥ ਚੱਕ ਕੇ ਕਹਿਣ ਲੱਗੇ ਦੇਵੀ ਕਿ ਮੈਨੂੰ ਹੈ ਨਾ ਜੋ ਵੱਡੇ ਗੁਰੂ ਸਾਹਿਬਾਨ ਹੈ, ਉਹਨਾਂ ਦਾ ਇਹ ਹੁਕਮ ਆਇਆ ਹੈਗਾ ਕਿ ਜਦੋਂ ਅਗਲੀ ਬਿਮਾਰੀ ਤੁਹਾਡੇ ਪਾਸ ਆਊਗੀ, ਤੁਹਾਨੂੰ ਆਊਗੀ, ਤਾਂ ਉਸ ਬਿਮਾਰੀ ਜਿਹੜੀ ਆ ਉਹ ਤੁਹਾਡੇ ਜੀਵਨ ਦੀ ਅੰਤਲੀ ਬਿਮਾਰੀ ਹੋਊਗੀ। ਭਾਵ ਕੀ ਹੈ ਕਿ ਤੁਹਾਡੀ ਉਸ ਬਿਮਾਰੀ ਤੋਂ ਬਾਅਦ ਇਸ ਸੰਸਾਰ ਦੇ ਵਿੱਚ ਮੌਤ ਹੋ ਜਾਊਗੀ। ਜਦੋਂ ਕਹਿੰਦੇ ਇਹ ਬੜਾ ਦੁਖਦਾਈ ਸੁਨੇਹਾ ਜਿਹੜਾ ਸੀਗਾ ਉਸ ਮਹਾਤਮਾ ਮੈਨੂੰ ਦੱਸਿਆ, ਅਤੇ ਇਹਨਾਂ ਦੀ ਮਾਤਾ ਗਿਆਨ ਪ੍ਰਭਾ ਘੋਸ਼ ਕਹਿੰਦੇ ਸੀਗੇ ਕਿ ਮੈਨੂੰ ਇਹਦੇ ਵਿੱਚ ਕੋਈ ਵੀ ਜਾਣੀ ਕਿ ਡਰ ਨਹੀਂ ਲੱਗਾ, ਸਗੋਂ ਮੇਰਾ ਸਰੀਰ ਦੇ ਵਿੱਚ ਇੱਕ ਬੜੀ ਅਜੀਬ ਜਿਹੜੀ ਸੀ ਉਹ ਝਰਨਾਹਟ ਛਿੜੀ ਆ। ਉਸ ਤੋਂ ਬਾਅਦ ਕਹਿੰਦੇ ਉਹ ਜਿਹੜੇ ਸੰਨਿਆਸੀ ਮਹਾਤਮਾ ਸੀ ਕੁਛ ਟਾਈਮ ਚੁੱਪ ਕਰ ਗਏ। ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਮੈਨੂੰ ਦੂਸਰੀ ਗੱਲ ਇਹ ਦੱਸੀ ਸੀਗੀ ਕਿ ਤੁਹਾਡੇ ਜਿਹੜੇ ਲੜਕਾ ਹੈਗਾ
ਜਿਹਦਾ ਨਾਮ ਮੁਕੰਦ ਹੈਗਾ, ਕਿਉਂਕਿ ਮਹਾਂਪੁਰਖਾਂ ਦਾ ਪਹਿਲਾ ਨਾਂ ਜਿਹੜਾ ਮੁਕੰਦ ਸੀਗਾ, ਬਾਅਦ ਦੇ ਵਿੱਚ ਫਿਰ ਜਦੋਂ ਇਹਨਾਂ ਨੂੰ ਪਦਵੀ ਮਿਲੀ ਆ ਫਿਰ ਪਰਮਹੰਸ ਜੋਗਾਨੰਦ ਦੇ ਨਾਂ ਦੇ ਨਾਲ ਇਹ ਜਾਣ ਲੱਗੇ ਆ। ਕਹਿੰਦੇ ਜਿਹੜਾ ਤੁਹਾਡਾ ਲੜਕਾ ਮੁਕੰਦ ਹੈਗਾ ਉਸ ਦੇ ਵਾਸਤੇ ਜਿਹੜਾ ਹੈਗਾ ਇੱਕ ਅਗੰਮੀ ਤਵੀਤ ਜਿਹੜਾ ਹੈਗਾ ਉਹ ਚਾਂਦੀ ਦਾ ਉਹ ਆਪ ਨੂੰ ਪ੍ਰਾਪਤ ਹੋ ਜਾਏਗਾ। ਉਹ ਜਿਹੜਾ ਤਵੀਤ ਹੈਗਾ ਉਸ ਦੀ ਤੁਹਾਨੂੰ ਸੰਭਾਲ ਕਰਨੀ ਪਊਗੀ ਜਦ ਤੱਕ ਜਿਹੜੇ ਮੁਕੰਦ ਹੈਗੇ ਆ ਉਹ ਆਪਣੇ ਜਿਹੜਾ ਕਾਰਜ ਵਾ, ਜਿਸ ਕਾਰਜ ਵਿੱਚ ਉਹਨਾਂ ਨੇ ਜਨਮ ਲਿਆ ਹੈਗਾ ਉਸ ਕਾਰਜ ਦੇ ਵਿੱਚ ਉਹ ਸਫਲ ਨਹੀਂ ਹੋ ਜਾਂਦੇ, ਸਫਲਤਾ ਪ੍ਰਾਪਤ ਨਹੀਂ ਕਰ ਲੈਂਦੇ, ਤਦ ਤੱਕ ਤੁਹਾਨੂੰ ਉਸ ਤਵੀਤ ਦੀ ਹਿਫਾਜ਼ਤ ਕਰਨੀ ਪਊਗੀ। ਅਤੇ ਇਹ ਜਿਹੜਾ ਤਵੀਤ ਹੈਗਾ ਜਦੋਂ ਤੁਸੀਂ ਆਖਰੀ ਸਮੇਂ ਦੇ ਵਿੱਚ ਬਿਮਾਰ ਹੋ ਜਾਓਗੇ, 5 ਭੂਤ ਸਰੀਰ ਛੱਡਣ ਤੋਂ ਬਾਅਦ, ਤੁਸੀਂ ਇਹ ਤਵੀਤ ਜਿਹੜਾ ਹੈਗਾ ਇਹ ਆਪਣੇ ਲੜਕੇ ਮੁਕੰਦ ਤੱਕ ਪਹੁੰਚਾ ਦਿਓ। ਜਦ ਇੰਨੀ ਗੱਲ ਹੋਈ ਸੀ ਤਾਂ ਕਹਿੰਦੇ ਫਿਰ ਉਸ ਸੰਨਿਆਸੀ ਜੋਗੀ ਨੇ ਮੈਨੂੰ ਇਹ ਵੀ ਆਖਿਆ ਸੀਗਾ ਕਿ ਇਹ ਤਵੀਤ ਮੈਂ ਤੁਹਾਨੂੰ ਅੱਜ ਨਹੀਂ ਦਊਂਗਾ, ਕਿਉਂਕਿ ਤੁਹਾਡੀ ਨਿਸ਼ਠਾ ਦੇ ਵਾਸਤੇ, ਤੁਹਾਡੇ ਯਕੀਨ ਵਾਸਤੇ ਇਹ ਤਵੀਤ ਜਦੋਂ ਤੁਸੀਂ ਕੱਲ੍ਹ ਆਪਣੇ ਧਿਆਨ ਦੇ ਵਿੱਚ ਬੈਠੋਗੇ ਤਾਂ ਖੁਦ ਬ ਖੁਦ ਤੁਹਾਡੇ ਹੱਥਾਂ ਦੇ ਵਿੱਚ ਪ੍ਰਗਟ ਹੋ ਜਾਊਗਾ। ਉਸ ਤੋਂ ਬਾਅਦ ਫਿਰ ਗਿਆਨਪੂਰਵਕ ਕੋਸ਼ ਜੀ ਕਹਿੰਦੇ ਸੀਗਾ ਕਿ ਅਗਲੀ ਸ਼ਾਮ ਜਦੋਂ ਮੈਂ ਧਿਆਨ ਦੇ ਵਿੱਚ ਬੈਠੀ ਸੀਗੀ ਅਤੇ ਬੈਠਿਆਂ ਕਹਿੰਦੇ ਮੇਰੇ ਹੱਥਾਂ ਦੇ ਵਿੱਚ ਬੜੀ ਮੈਨੂੰ ਠੰਡਕ ਮਹਿਸੂਸ ਹੋਈ। ਜਦ ਠੰਡਕ ਮਹਿਸੂਸ ਹੋਈ ਆ ਤਾਂ ਉਸ ਠੰਡ ਦੇ ਵਿੱਚ ਕਹਿੰਦੇ ਵੀ ਮੈਂ ਜਦੋਂ ਆਪਣੇ ਹੱਥ ਖੋਲ੍ਹੇ ਤਾਂ ਕੀ ਦੇਖਿਆ, ਉਹੀ ਹੀ ਜਿਹੜਾ ਤਵੀਤ ਉਸ ਮਹਾਤਮਾ ਨੇ ਦੱਸਿਆ ਸੀਗਾ ਉਹ ਮੇਰੇ ਹੱਥਾਂ ਦੇ ਵਿੱਚ ਬੜੇ ਹੀ ਚਮਤਕਾਰੀ ਢੰਗ ਦੇ ਨਾਲ ਪ੍ਰਗਟ ਹੋ ਗਿਆ ਸੀਗਾ। ਕਹਿੰਦੇ ਮੈਂ ਕੀ ਦੇਖਿਆ ਕਿ ਇਹ ਜਿਹੜਾ ਤਵੀਤ ਸੀਗਾ ਇਹ ਗੋਲ ਆਕਾਰ ਦਾ ਸੀਗਾ, ਚਾਂਦੀ ਦਾ ਸੀਗਾ, ਅਤੇ ਇਸ ਤਵੀਤ ਦੇ ਉੱਤੇ ਸੰਸਕ੍ਰਿਤ ਦੇ ਅੱਖਰਾਂ ਦੇ ਨਾਲ ਕੋਈ ਮੰਤਰ ਉਕਰਿਆ ਹੋਇਆ ਸੀਗਾ। ਸੋ ਇਹ ਜਿਹੜਾ ਤਵੀਤ ਸੀਗਾ ਕਿੰਨੇ ਫਿਰ ਉਹ ਮਹਾਤਮਾ ਨੇ ਦੱਸਿਆ, ਜਿਵੇਂ ਦੱਸਿਆ ਸੀਗਾ ਕਿ ਜਦੋਂ ਮੁਕੰਦ ਜਿਹੜੇ ਆ ਆਪਣੇ ਕਾਰਜ ਦੇ ਵਿੱਚ ਸਫਲ ਹੋ ਜਾਣਗੇ ਉਸ ਤੋਂ ਬਾਅਦ ਇਹ ਤਵੀਤ ਆਪਣੇ ਆਪ ਗਾਇਬ ਹੋ ਜਾਊਗਾ। ਇਹਨੂੰ ਜਿੰਨਾ ਵੀ ਕੋਈ ਮਰਜ਼ੀ ਆਪਣੇ ਆਪ ਲੁਕੋ ਕੇ ਰੱਖੇ, ਪਰ ਇਹ ਤਵੀਤ ਜਿਹੜਾ ਹੈਗਾ ਜਿਸ ਜਗ੍ਹਾ ਤੋਂ ਆਇਆ ਹੈਗਾ ਉਸੇ ਜਗ੍ਹਾ 'ਤੇ ਜਿਹੜਾ ਹੈ ਉਹ ਵਾਪਸ ਚਲਿਆ ਜਾਊਗਾ। ਫਿਰ ਇਹਨਾਂ ਦੀ ਮਾਤਾ ਗਿਆਨਪ੍ਰਭਾ ਘੋਸ਼ ਜੀ ਨੇ ਉਹ ਜਿਹੜਾ ਤਵੀਤ ਸੀਗਾ ਉਸ ਦੀ 2 ਸਾਲ ਹਿਫਾਜ਼ਤ ਕੀਤੀ, ਬੜਾ ਸੰਭਾਲ ਕੇ ਰੱਖਿਆ ਸੀ। ਫਿਰ ਇਹਨਾਂ ਦੀ ਮਾਤਾ ਨੂੰ ਪਹਿਲਾਂ ਗਿਆਨ ਹੋ ਗਿਆ ਸੀਗਾ ਕਿ ਮੇਰੀ ਜਿਹੜੀ ਮੌਤ ਹੈਗੀ ਹੈ ਕਿਸੇ ਬਿਮਾਰੀ ਦੇ ਨਾਲ ਯਕਦਮ ਹੋ ਜਾਣੀ ਹੈ, ਇਸ ਕਰਕੇ ਇਹਨਾਂ ਦੀ ਮਾਤਾ ਜੀ ਨੇ ਥੋੜ੍ਹਾ ਜਿਹਾ ਜਿਵੇਂ ਮਾਂ ਦੀ ਮਮਤਾ ਸੀਗੀ, ਮਾਂ ਦੀ ਮਮਤਾ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਵੱਡਾ ਲੜਕਾ ਸੀਗਾ ਜਿਹਦਾ ਨਾਂ ਉਸ ਟਾਈਮ ਅਨੰਤ ਸੀਗਾ, ਅਨੰਤਤਾ ਦੀ ਸ਼ਾਦੀ ਦੀ ਜਿਹੜੀ ਸੀ ਉਹ ਪਹਿਲ ਜਿਹੜੀ ਸੀ ਉਹ ਘਰਦਿਆਂ ਨੇ ਕੀਤੀ ਸੀਗੀ ਕਿ ਮੈਂ ਆਪਣੀ ਮੌਤ ਤੋਂ ਪਹਿਲਾਂ ਆਪਣੇ ਲੜਕੇ ਦੀ ਜਿਹੜੀ ਹੈ ਨਾ ਸ਼ਾਦੀ ਕਰਦੇ ਹਾਂ। ਪਰ ਗੱਲ ਇਹ ਸੀਗੀ ਕਿ ਇਹ ਸ਼ਾਦੀ ਦਾ ਸੁਪਨਾ ਉਹਨਾਂ ਦਾ ਸਾਕਾਰ ਨਹੀਂ ਹੋਇਆ, ਕਿਉਂਕਿ ਉਹ ਅਚਨਚੇਤ ਬਿਮਾਰ ਹੋ ਗਏ। ਬਿਮਾਰ ਹੋਣ ਤੋਂ ਬਾਅਦ ਫਿਰ ਜਿਹੜੇ ਸੀਗੇ ਜਦੋਂ ਆਪਣਾ ਉਹ ਸਰੀਰ ਛੱਡਣ ਲੱਗੇ ਆ ਉਸ ਟਾਈਮ ਉਹਨਾਂ ਨੇ ਆ ਜਿਹੜਾ ਰਹੱਸਮਈ ਤਵੀਤ ਦਿੱਤਾ ਸੀਗਾ ਉਹਨਾਂ ਸੰਨਿਆਸੀ ਮਹਾਤਮਾ ਨੇ ਲਾਹੌਰ ਦੇ ਵਿੱਚ ਉਹ ਤਵੀਤ ਦਾ ਜਿਹੜਾ ਭੇਦ ਸੀਗਾ ਉਹ ਆਪਣੇ ਵੱਡੇ ਲੜਕੇ ਅਨੰਤਤਾ ਦੇ ਨਾਲ ਖੋਲ੍ਹਿਆ ਸੀਗਾ। ਅਤੇ ਉਹਦੇ ਵਿੱਚ ਇੱਕ ਚਿੱਠੀ ਵੀ ਲਿਖੀ ਸੀਗੀ, ਉਹ ਚਿੱਠੀ ਲਿਖੀ ਸੀ, ਚਿੱਠੀ ਦੇ ਵਿੱਚ ਇਹ ਲਿਖਿਆ ਸੀਗਾ ਕਿ ਇਹ ਤਵੀਤ ਜਿਹੜਾ ਹੈਗਾ ਮੈਨੂੰ ਇਸ ਤਰ੍ਹਾਂ ਉਹ ਮਿਲਿਆ ਹੈਗਾ, ਅਤੇ ਇਹ ਤਵੀਤ ਆਪ ਜੀ ਦਾ ਜੋ ਪਿਛਲਾ ਜਨਮ ਯੋਗੀ ਦਾ ਹੈਗਾ, ਕਿਉਂਕਿ ਆਪ ਪਿਛਲੇ ਜਨਮ ਦੇ ਵਿੱਚ ਹਿਮਾਲਿਆ ਦੇ ਵਿੱਚ ਬਹੁਤ ਵੱਡੇ ਯੋਗੀ ਸੀਗੇ ਅਤੇ ਜਿਸ ਕਾਰਜ ਵਾਸਤੇ ਸੰਸਾਰ ਦੇ ਵਿੱਚ ਆਏ ਆ ਅਤੇ ਉਸ ਕਾਰਜ ਦੀ ਪੂਰਤਾ ਦੇ ਵਾਸਤੇ ਇਹ ਤਵੀਤ ਜਿਹੜਾ ਹੈਗਾ ਉਹ ਆਪ ਦੀ ਸਹਾਇਤਾ ਕਰੇਗਾ। ਇਹ ਗੁਪਤ ਤਵੀਤ ਸੀਗਾ। ਇਹ ਤਵੀਤ ਪਰਮਹੰਸ ਜੋਗਾਨੰਦ ਜੀ ਦੱਸਦੇ ਆ ਕਿ ਇਹ ਪ੍ਰਕਾਸ਼ ਦੇ ਤੱਤਾਂ ਦਾ ਬਣਿਆ ਸੀਗਾ। ਸੋ ਕਹਿੰਦੇ ਵੀ ਮੇਰੀ ਮਾਤਾ ਜੀ ਦੀ ਜਦ ਮੌਤ ਹੋਈ ਹੈ ਸੰਸਾਰ ਤੋਂ ਚਲੇ ਗਏ, ਠੀਕ 14 ਮਹੀਨਿਆਂ ਬਾਅਦ ਮੇਰਾ ਜਿਹੜਾ ਵੱਡਾ ਭਰਾ ਅਨੰਤਤਾ ਸੀਗਾ ਉਸ ਨੇ ਕਹਿੰਦੇ ਮੈਨੂੰ ਫਿਰ ਬੁਲਾਇਆ ਸੀਗਾ, ਅਤੇ ਆਹ ਜਿਹੜਾ ਤਵੀਤ ਮੇਰੀ ਮਾਤਾ ਜੀ ਨੂੰ ਸੰਨਿਆਸੀ ਦੇ ਕੇ ਗਏ ਸੀ ਉਹ ਤਵੀਤ ਇੱਕ ਡੱਬੇ ਦੇ ਵਿੱਚ ਬੰਦ ਕੀਤਾ ਸੀਗਾ। ਅਤੇ ਉਹ ਤਵੀਤ ਜਦੋਂ ਕਹਿੰਦੇ ਫਿਰ ਮੈਨੂੰ ਸਾਰੀ ਇਹ ਗੱਲਬਾਤ ਕਰਕੇ ਦੱਸਿਆ ਸੀਗਾ ਕਿ ਇਹ ਤਵੀਤ ਇਸ ਤਰ੍ਹਾਂ ਮਾਤਾ ਜੀ ਨੂੰ ਮਿਲਿਆ ਸੀਗਾ ਅਤੇ ਇਹ ਤਵੀਤ ਆਪ ਜੀ ਦੇ ਪਾਸ ਹੁਣ ਰਹੇਗਾ। ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਸੀਗੇ ਫਿਰ ਮੈਨੂੰ ਅਸਲ ਕਹਾਣੀ ਪਤਾ ਲੱਗੀ ਹੈਗੀ ਆ ਕਿ ਹਿਮਾਲਿਆ ਪਹਾੜਾਂ ਦੇ ਵਿੱਚ ਜਦੋਂ ਮੈਂ ਬਹੁਤ ਵੱਡਾ ਯੋਗੀ ਸੀਗਾ ਉਸ ਟਾਈਮ ਮੇਰੇ ਨਾਲ ਦੇ ਜਿੰਨੇ ਵੀ ਸੁੱਧ ਅਵਤਾਰੀ ਪੁਰਖ ਉਹਨਾਂ ਸਮਿਆਂ ਦੇ ਵਿੱਚ ਹੋਏ ਆ, ਉਹਨਾਂ ਨੇ ਮੈਨੂੰ ਇਸ ਸੰਸਾਰ ਦੇ ਵਿੱਚ ਕਿਸੇ ਖਾਸ ਕਾਰਜ ਲਈ ਭੇਜਿਆ ਹੈਗਾ ਅਤੇ ਉਹ ਆਪ ਅਦ੍ਰਿਸ਼ ਰੂਪ ਹੋ ਕੇ ਮੇਰੀ ਇਸ ਸੰਸਾਰ ਦੇ ਵਿੱਚ ਰਹਿਨੁਮਾਈ ਕਰਨਗੇ। ਫਿਰ ਕਹਿੰਦੇ ਮੇਰੇ ਮਾਤਾ ਜੀ ਨੇ ਇਹ ਵੀ ਦੱਸਿਆ ਸੀਗਾ ਕਿ ਮੈਂ ਦੇਖ ਲਿਆ ਸੀਗਾ ਕਿ ਜਿਹੜਾ ਮੇਰਾ ਲੜਕਾ ਹੈਗਾ ਇਸ ਸੰਸਾਰ ਦੇ ਝਮੇਲਿਆਂ ਤੋਂ ਉੱਪਰ ਉੱਠੇਗਾ ਅਤੇ ਆਪਣੇ ਯੋਗ ਮਾਰਗ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਇਹ ਜਿਹੜਾ ਹੈਗਾ ਇਸ ਸੰਸਾਰ ਦੀ ਅਗਵਾਈ ਕਰੇਗਾ। ਸੋ ਯੂਰਪ ਖਾਸ ਕਰਕੇ ਪੂਰਬ ਅਤੇ ਪੱਛਮ ਦੇ ਲੋਕਾਂ ਨੂੰ ਜਿਹੜੀ ਹੈ ਨਾ ਉਹ ਯੋਗ ਕਿਰਿਆ ਦੀ ਜੋ ਦੀਕਸ਼ਾ ਹੈਗੀ ਆ ਉਹ ਪਹਿਲ ਦੇ ਆਧਾਰ 'ਤੇ ਦੇਵੇਗਾ। ਸੋ ਉਸ ਤੋਂ ਬਾਅਦ ਕਹਿੰਦੇ ਫਿਰ ਮੇਰੀ ਮਾਤਾ ਜੀ ਨੇ ਇਹ ਵੀ ਦੱਸਿਆ ਸੀਗਾ ਕਿ ਮੈਂ ਅਤੇ ਮੇਰੀ ਜੋਗਾਨੰਦ ਦੀ ਜਿਹੜੀ ਭੈਣ ਵੱਡੀ ਸੀਗੀ ਜਿਹਦਾ ਨਾਂ ਰਮਾ ਸੀਗਾ, ਅਸੀਂ ਕਹਿੰਦੇ ਦੋਨਾਂ ਨੇ ਇੱਕ ਵਾਰ ਦੇਖਿਆ ਸੀਗਾ ਕਿ ਜਦੋਂ
ਪਰਮਹੰਸ ਯੋਗਾਨੰਦ ਜੀ ਛੋਟੇ ਹੁੰਦੇ ਆਪਣੇ ਕਮਰੇ ਦੇ ਵਿੱਚ ਬੈਠੇ ਸੀ। ਅਚਨਚੇਤ ਉਹਨਾਂ ਦੇ ਚਿਹਰੇ ਦੇ ਉੱਤੇ ਬੜਾ ਭਾਰੀ ਪ੍ਰਕਾਸ਼ ਹੋ ਗਿਆ ਸੀਗਾ, ਜਿਸ ਤੋਂ ਕਹਿੰਦੇ ਸਾਨੂੰ ਪਤਾ ਲੱਗਿਆ ਸੀਗਾ ਕਿ ਇਹ ਜਿਹੜਾ ਬੱਚਾ ਹੈਗਾ ਕੋਈ ਸਧਾਰਨ ਨਹੀਂ ਹੈ, ਇਹ ਸਮਾਂ ਪਾ ਕੇ ਬਹੁਤ ਵੱਡਾ ਯੋਗੀ ਬਣੇਗਾ ਤਾਂ ਆਪਣੇ ਕਾਰਜ ਦੇ ਵਿੱਚ ਸਫਲਤਾ ਪ੍ਰਾਪਤ ਕਰੇਗਾ। ਫਿਰ ਇਹਨਾਂ ਦੀ ਮਾਤਾ ਜੀ ਨੇ ਵੀ ਦੱਸਿਆ ਸੀਗਾ ਕਿ ਜਦੋਂ ਮੁਕੰਦ ਦਾ ਜਨਮ ਹੋਣਾ ਸੀਗਾ, ਮੁਕੰਦ ਦੇ ਜਨਮ ਤੋਂ ਪਹਿਲਾਂ ਜਿਹੜੇ ਬਨਾਰਸ ਵਿੱਚ ਲਹੇੜੀ ਮਹਾਂਪੁਰਖ ਹੁੰਦੇ ਸੀਗੇ, ਉਹਨਾਂ ਨੇ ਬੜੀ ਮੁਕੰਦ ਦੇ ਜਨਮ ਦੇ ਉੱਤੇ ਬੜੀ ਦਿਲਚਸਪੀ ਦਿਖਾਈ ਸੀ ਉਹਨਾਂ ਟਾਈਮਾਂ ਦੇ ਵਿੱਚ। ਫਿਰ ਕਹਿੰਦੇ ਵੀ ਜਦੋਂ ਮੁਕੰਦ ਜਿਹੜਾ ਸੀ ਉਹ ਬੱਚਾ ਹੋਇਆ ਸੀ ਮੇਰੇ, ਉਸ ਤੋਂ ਬਾਅਦ ਫਿਰ ਤਕਰੀਬਨ 1.5-2 ਸਾਲ ਦਾ ਤੇ ਮੈਂ ਮਹਾਂਪੁਰਖਾਂ ਦੇ ਪਾਸ ਬਨਾਰਸ ਗਈ ਸੀ। ਉਸ ਟਾਈਮ ਲਹੇੜੀ ਮਹਾਂਪੁਰਖਾਂ ਦੇ ਕੋਲ ਸੰਗਤ ਬਹੁਤ ਦਰਸ਼ਨਾਂ ਵਾਸਤੇ ਆਈ ਸੀ, ਪਰ ਇਹਨਾਂ ਦੇ ਮਾਤਾ ਜੀ ਜਿਹੜੇ ਸੀ ਉਹ ਮੁਕੰਦ ਨੂੰ ਗੋਦ ਵਿੱਚ ਲੈ ਕੇ ਪਿੱਛੇ ਬੈਠੇ ਸੀਗੇ। ਕਹਿੰਦੇ ਵੀ ਮੈਂ ਪਿੱਛੇ ਬੈਠੀ ਬੇਨਤੀ ਕਰਦੀ ਰਹੀ ਕਿ ਮਹਾਂਪੁਰਖ ਜਿਹੜੇ ਹੈਗੇ ਆ, ਜਿਸ ਕਾਰਜ ਮੈਂ ਵਾਸਤੇ ਮੈਂ ਆਈ ਹਾਂ, ਮੈਨੂੰ ਦਰਸ਼ਨ ਦੇਣ ਅਤੇ ਮੈਨੂੰ ਆਪਣਾ ਜੋ ਆਸ਼ੀਰਵਾਦ ਹੈਗਾ, ਉਹ ਆਸ਼ੀਰਵਾਦ ਜਿਹੜਾ ਹੈਗਾ ਉਹ ਮੈਨੂੰ ਅਤੇ ਮੇਰੇ ਪੁੱਤਰ ਨੂੰ ਇਹਨਾਂ ਦੇ ਸ਼ੁਭ ਮੁਬਾਰਕ ਹੱਥਾਂ ਦੇ ਵਿੱਚੋਂ ਪ੍ਰਾਪਤ ਹੋਵੇ। ਕਹਿੰਦੇ ਵੀ ਜਿਉਂ-ਜਿਉਂ ਮੈਂ ਅਰਦਾਸ ਕਰਦੀ ਗਈ, ਅਰਦਾਸ ਦੀ ਸੁਣਵਾਈ ਜਿਹੜੀ ਆ, ਕਹਿੰਦੇ ਜੋ ਲਹੇੜੀ ਮਹਾਂਪੁਰਖ ਜਦ ਅੱਖਾਂ ਮੀਟ ਕੇ ਆਪਣੇ ਸਿੰਘਾਸਣ ਦੇ ਬੈਠੇ ਸੀਗੇ, ਅਚਨਚੇਤ ਕਹਿੰਦੇ ਉਹਨਾਂ ਨੇ ਆਵਾਜ਼ ਮਾਰੀ ਆ। ਜਦੋਂ ਕਹਿੰਦੇ ਮਾਤਾ ਜੀ ਕਹਿੰਦੇ ਵੀ ਮੈਂ ਉੱਠ ਕੇ ਖੜੀ ਹੋਈ ਆ, ਅਤੇ ਜਿੰਨੇ ਵੀ ਹੋਰ ਸ਼ਾਗਿਰਦ ਸੰਗਤ ਸੀਗੇ ਬੜੇ ਉਹਨਾਂ ਨੇ ਪ੍ਰੇਮ ਦੇ ਨਾਲ ਮੈਨੂੰ ਰਸਤਾ ਦਿੱਤਾ। ਮੈਂ ਜਾ ਕੇ ਲਹੇੜੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੜੇ ਆਦਰ ਭਾਵ ਦੇ ਸਤਿਕਾਰ ਦੇ ਨਾਲ ਮੱਥਾ ਟੇਕਿਆ ਸੀਗਾ। ਫਿਰ ਕਹਿੰਦੇ ਲਹੇੜੀ ਮਹਾਂਪੁਰਖਾਂ ਨੇ ਜਿਹੜੇ ਸੀ ਮੁਕੰਦ ਨੂੰ ਆਪਣੇ ਪਾਸ ਬਿਠਾ ਲਿਆ ਸੀਗਾ ਅਤੇ ਇਹਦੇ ਅਸੀਸ ਦੇ ਮੱਥੇ ਦੇ ਉੱਤੇ ਬਹੁਤ ਹੀ ਪਿਆਰ ਭਰਿਆ ਜਿਹੜਾ ਸੀ ਉਹ ਆਪਣਾ ਹੱਥ ਫੇਰਿਆ ਸੀਗਾ ਅਤੇ ਸਾਨੂੰ ਕਹਿੰਦੇ ਅਸੀਸ ਦਿੱਤੀ ਸੀਗੀ। ਫਿਰ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਬਾਲਕ ਹੈਗਾ ਪਰਮਹੰਸ ਯੋਗਾਨੰਦ ਜੀ, ਇਹ ਜਿਹੜਾ ਬਾਲਕ ਹੈਗਾ ਇਹ ਜਿਸ ਕਾਰਜ ਦੀ ਵਾਸਤੇ ਸੰਸਾਰ ਦੇ ਵਿੱਚ ਆਇਆ ਹੈਗਾ, ਉਹ ਆਪਣਾ ਕਾਰਜ ਪੂਰਾ ਕਰਕੇ ਫਿਰ ਇਸ ਸੰਸਾਰ ਤੋਂ ਅਲਵਿਦਾ ਹੋਵੇਗਾ। ਉਸ ਤੋਂ ਬਾਅਦ ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਸੀਗੇ ਕਿ ਜਦੋਂ ਮੇਰੇ ਵੱਡੇ ਭਰਾ ਅਨੰਤਾ ਨੇ ਇਹ ਸਾਰਾ ਜੋ ਗੁੱਝਾ ਭੇਦ ਸੀਗਾ ਮੇਰੀ ਮਾਤਾ ਜੀ ਦੇ ਮੌਤ ਤੋਂ ਬਾਅਦ 14 ਮਹੀਨਿਆਂ ਬਾਅਦ ਸਾਂਝਾ ਕੀਤਾ ਸੀਗਾ। ਫਿਰ ਕਹਿੰਦੇ ਵੀ ਮੈਂ ਜਦ ਤਵੀਤ ਦੇ ਦਰਸ਼ਨ ਕੀਤੇ ਸੀ ਅਤੇ ਉਸ ਟਾਈਮ ਮੇਰੀ ਹਾਲਤ ਜਿਹੜੀ ਸੀਗੀ ਤਵੀਤ ਦੇ ਦਰਸ਼ਨ ਕਰਨ ਦੇ ਨਾਲ ਹੀ ਜਾਣੀ ਕਿ ਐਸੀ ਆਸ਼ਚਰਜ ਅਵਸਥਾ ਵਿੱਚ ਚਲੇ ਗਈ ਸੀਗੀ ਕਿ ਜਿਹਨੂੰ ਮੈਂ ਆਪ ਸਾਰੀਆਂ ਸੰਗਤਾਂ ਦੇ ਨਾਲ ਬਿਆਨ ਨਹੀਂ ਕਰ ਸਕਦਾ। ਪਰ ਮੈਂ ਜਦ ਉਹ ਤਵੀਤ ਦੇਖਿਆ ਸੀਗਾ, ਉਹ ਤਵੀਤ ਚਾਂਦੀ ਦਾ ਗੋਲ ਆਕਾਰ ਦੀ ਸ਼ਕਲ ਦਾ ਸੀਗਾ, ਉਹਦੇ ਵਿੱਚ ਸੰਸਕ੍ਰਿਤ ਦੇ ਅੱਖਰ ਉਗਰੇ ਹੋਏ ਸੀ ਅਤੇ ਉਹਨਾਂ ਦੇ ਵਿੱਚ ਇੱਕ ਮੰਤਰ ਲਿਖਿਆ ਹੋਇਆ ਸੀ। ਫਿਰ ਕਹਿੰਦੇ ਵੀ ਉਸ ਤਵੀਤ ਦੇ ਉੱਤੇ ਹੋਰ ਵੀ ਬਹੁਤ ਸਾਰੇ ਰਹੱਸ ਹੈਗੇ ਆ, ਪਰ ਕਹਿੰਦੇ ਵੀ ਮੈਂ ਜ਼ਿਆਦਾ ਰਹੱਸ ਜਿਹੜੇ ਸੰਗਤਾਂ ਨਾਲ ਸਾਂਝੇ ਨਹੀਂ ਕਰ ਸਕਦਾ, ਪਰ ਇੰਨਾ ਕਹਿ ਸਕਦਾ ਹੈ ਕਿ ਇਹ ਜਿਹੜਾ ਤਵੀਤ ਸੀਗਾ ਇਹ ਪ੍ਰਕਾਸ਼ ਦੇ ਤੱਤਾਂ ਦਾ ਬਣਿਆ ਹੋਇਆ ਸੀਗਾ। ਅਤੇ ਮੈਨੂੰ ਇੰਨਾ ਪਤਾ ਹੈਗਾ ਕਿ ਜਿਵੇਂ ਉਹ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਸਮਾਂ ਆਏਗਾ ਜਦੋਂ ਇਹ ਤਵੀਤ ਜਿਹੜਾ ਹੈਗਾ ਇਹ ਆਪਣਾ ਕਾਰਜ ਪੂਰਾ ਕਰਕੇ ਜਿੱਥੋਂ ਆਇਆ ਉੱਥੇ ਵਾਪਸ ਚਲਾ ਜਾਏਗਾ। ਉਸ ਤੋਂ ਬਾਅਦ ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਸੀਗੇ ਕਿ ਮੈਂ ਉਸੇ ਤਵੀਤ ਨੂੰ ਜਿਹੜਾ ਸੀਗਾ ਉਹ ਇੱਕ ਬਕਸੇ ਦੇ ਵਿੱਚ ਬੰਦ ਕੀਤਾ ਸੀਗਾ। ਜਦ ਬਕਸੇ 'ਚ ਬੰਦ ਕੀਤਾ ਅਤੇ ਬਕਸੇ ਦੇ ਵਿੱਚ ਇੱਕ ਚਿੱਠੀ ਦੇ ਵਿੱਚ ਬਹੁਤ ਸੀਲਬੰਦ ਲਿਫਾਫੇ ਵਿੱਚ ਇਸ ਤਵੀਤ ਨੂੰ ਰੱਖਿਆ ਸੀਗਾ। ਪਰ ਜਦੋਂ ਕਹਿੰਦੇ ਮੇਰੇ ਗੁਰਦੇਵ ਸ਼੍ਰੀ ਜਗਤੇਸ਼ਵਰ ਜੀ ਦਾ ਮੇਰੇ ਨਾਲ ਮਿਲਾਪ ਹੋਇਆ ਸੀਗਾ, ਉਸ ਮਿਲਾਪ ਤੋਂ ਜਿਹੜਾ ਹੈਗਾ ਕਾਫੀ ਚਿਰ ਬਾਅਦ ਕਹਿੰਦੇ ਵੀ ਜਦੋਂ ਮੈਂ ਇੱਕ ਦਿਨ ਜਿਹੜਾ ਸੀ ਇਹ ਤਵੀਤ ਖੋਲ੍ਹਣ ਲੱਗਾ ਸੀਗਾ, ਜਦ ਮੈਂ ਕੀ ਦੇਖਿਆ ਕਿ ਉਹ ਜਿਹੜਾ ਬਕਸਾ ਸੀਗਾ ਛੋਟਾ ਜਿਹਾ ਜਿਹਨੂੰ ਮੈਂ ਜਿੰਦਰਾ ਮਾਰ ਕੇ ਰੱਖਿਆ ਹੋਇਆ ਸੀਗਾ ਅਤੇ ਜਿੰਦਾ ਦੇ ਕੁੰਜੀ ਉਸੇ ਤਰ੍ਹਾਂ ਸੀਗੇ। ਜਦੋਂ ਕਹਿੰਦੇ ਮੈਂ ਬਕਸਾ ਖੋਲ੍ਹਿਆ ਅਤੇ ਅੰਦਰ ਜਦ ਮੈਂ ਸੀਲਬੰਦ ਲਿਫਾਫਾ ਚੈੱਕ ਕੀਤਾ ਤਾਂ ਕੀ ਦੇਖਿਆ ਕਿ ਸੀਲਬੰਦ ਲਿਫਾਫਾ ਉਸੇ ਤਰ੍ਹਾਂ ਪਿਆ ਸੀ, ਪਰ ਉਹਦੇ ਵਿੱਚ ਤਵੀਤ ਜਿਹੜਾ ਸੀਗਾ ਉਹ ਗਾਇਬ ਹੋ ਚੁੱਕਾ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਦੋਂ ਕੋਈ ਵੱਡੀਆਂ ਮਹਾਨ ਆਤਮਾ ਸੰਸਾਰ ਦੇ ਵਿੱਚ ਕਿਸੇ ਕਾਰਜ ਨੂੰ ਕਰਨ ਵਾਸਤੇ ਆਉਂਦੀਆਂ ਹੈਗੀਆਂ ਅਤੇ ਉਹਨਾਂ ਦੇ ਪਿੱਛੇ ਜਿਹੜੀ ਗੈਵੀ ਤਾਕਤਾਂ ਆਉਂਦੀ ਮਦਦ ਕਰਦੀਆਂ ਹੈਗੀਆਂ, ਕਿ ਜਿਸ ਕਾਰਜ ਵਾਸਤੇ ਉਹ ਆਤਮਾ ਸੰਸਾਰ ਦੇ ਵਿੱਚ ਭੇਜੀ ਆ, ਉਹ ਗੈਵੀ ਤਾਕਤਾਂ ਉਹਦੀ ਗੁਪਤ ਰੂਪ ਦੇ ਵਿੱਚ ਰਹਿਨੁਮਾਈ ਵੀ ਕਰਦੀਆਂ ਹੈਗੀਆਂ ਅਤੇ ਸੰਸਾਰ ਦੇ ਵਿੱਚ ਨਿਸ਼ਠਾ ਦਿਵਾਉਣ ਲਈ, ਸੰਸਾਰ ਦੇ ਲੋਕਾਂ ਨੂੰ ਯਕੀਨ ਦਿਵਾਉਣ ਲਈ ਕੁਛ ਐਸੇ ਦੁਰਲੱਭ ਪਦਾਰਥ ਜਿਹੜੇ ਹੈ ਸੰਸਾਰ ਦੇ ਵਿੱਚ ਉਹਨਾਂ ਮਾਪਿਆਂ ਨੂੰ ਜਾਂ ਉਹਨਾਂ ਦੇ ਗੁਰਮੁਖ ਪਿਆਰੇ ਜੋ ਬਹੁਤ ਕਰੀਬੀ ਸੱਜਣ ਹੁੰਦੇ ਆ ਉਹਨਾਂ ਤੱਕ ਪਹੁੰਚਾਉਂਦੇ ਆ, ਤਾਂ ਜੋ ਉਹਨਾਂ ਨੂੰ ਇਸ ਗੱਲ ਦਾ ਪੱਕਾ ਸਬੂਤ ਹੋ ਜਾਵੇ ਕਿ ਇਹ ਜਿਹੜੇ ਮਹਾਤਮਾ ਹੈਗੇ ਕਿਸੇ ਖਾਸ ਕਾਰਜ ਲਈ ਸੰਸਾਰ ਦੇ ਵਿੱਚ ਆਏ ਆ। ਜਦੋਂ ਉਹਨਾਂ ਦਾ ਕਾਰਜ ਆਦੇਸ਼ ਸੰਸਾਰ ਦੇ ਵਿੱਚੋਂ ਪੂਰਾ ਹੋ ਜਾਊਗਾ ਤਾਂ ਫਿਰ ਉਹ ਸੰਸਾਰ ਦੇ ਵਿੱਚੋਂ ਵਾਪਸ ਜਿੱਥੋਂ ਆਇਆ ਉੱਥੇ ਹੀ ਚਲੇ ਜਾਣਗੇ। ਸੋ ਇਹ ਹੈ ਮਹਾਂਪੁਰਖਾਂ ਦੇ ਜੀਵਨ ਦੀਆਂ ਅਦੁੱਤੀਆਂ ਮਿਸਾਲਾਂ ਜਿਹੜੀਆਂ ਸੰਸਾਰ ਦੇ ਵਿੱਚ ਬਹੁਤ ਘੱਟ ਜਾਇਓ ਕਹਿ ਲਓ ਕਿ ਨਾ ਮਾਤਰ ਸੰਸਾਰ ਦੇ ਵਿੱਚ ਹੁੰਦੀਆਂ ਹੈ, ਲੇਕਿਨ ਐਸੀਆਂ ਮਹਾਨ ਰੂਹਾਂ ਹੈਗੀਆਂ ਜਦੋਂ ਇਹ ਸੰਸਾਰ 'ਚ ਜਨਮ ਆਉਂਦੀਆਂ ਅਤੇ ਉਹਨਾਂ ਦਾ ਜਿਹੜਾ ਪੈਗਾਮ ਸੁਨੇਹਾ ਸੰਦੇਸ਼ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੂੰ ਜਾਂ ਸਾਕ ਸੰਬੰਧੀਆਂ ਜਾਂ ਦੋਸਤਾਂ ਮਿੱਤਰਾਂ ਤੱਕ ਪਹੁੰਚਦਾ ਹੈਗਾ, ਜਿਸ ਕਰਕੇ ਉਹਨਾਂ ਦਾ ਸਤਿਕਾਰ ਜਿਹੜਾ ਹੈ ਸੰਸਾਰ ਦੇ ਵਿੱਚ ਹਮੇਸ਼ਾ ਬਣਿਆ ਰਹਿੰਦਾ ਹੈ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਤਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।